19 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 19 ਅਗਸਤ ਦੇ ਇਤਿਹਾਸ ਬਾਰੇ। ਕਲਕੱਤਾ ਵਿੱਚ ਪਹਿਲੀ ਵਾਰ 19 ਅਗਸਤ 1757 ਨੂੰ 1 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਸੀ। ਇਹ ਸਿੱਕਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਜਾਰੀ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ 1757 ਵਿੱਚ ਪਲਾਸੀ ਲੜਾਈ ਵਿੱਚ ਜਿੱਤ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਨਵਾਬ ਨਾਲ ਸੰਧੀ ਕੀਤੀ ਸੀ। ਇਸ ਸੰਧੀ ਵਿੱਚ ਕੰਪਨੀ ਨੂੰ ਸਿੱਕੇ ਬਣਾਉਣ ਦਾ ਅਧਿਕਾਰ ਮਿਲਿਆ। ਕੰਪਨੀ ਨੇ ਕਲਕੱਤਾ ਵਿੱਚ ਟਕਸਾਲ ਯਾਨੀ ਸਿੱਕਾ ਬਣਾਉਣ ਦਾ ਕਾਰਖਾਨਾ ਸਥਾਪਿਤ ਕੀਤਾ। ਇਸ ਤੋਂ ਬਾਅਦ ਅੱਜ ਦੇ ਦਿਨ 1757 ਵਿੱਚ 1 ਰੁਪਏ ਦਾ ਪਹਿਲਾ ਸਿੱਕਾ ਜਾਰੀ ਕੀਤਾ ਗਿਆ। ਇਸ ਸਿੱਕੇ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮਾਂ ਦੇ ਸਿੱਕੇ ਪ੍ਰਚਲਿਤ ਸਨ। ਬੰਗਾਲ, ਮਦਰਾਸ ਅਤੇ ਬੰਬਈ ਪ੍ਰੈਜ਼ੀਡੈਂਸੀ ਵਿੱਚ ਵੱਖ-ਵੱਖ ਕਿਸਮਾਂ ਦੇ ਸਿੱਕੇ ਪ੍ਰਚਲਿਤ ਸਨ। ਇਹਨਾਂ ਦਾ ਆਕਾਰ, ਭਾਰ ਅਤੇ ਮੁੱਲ ਵੀ ਵੱਖੋ-ਵੱਖਰੇ ਸਨ। ਹਾਲਾਂਕਿ ਇਹ ਕਾਰੋਬਾਰ ਲਈ ਇੱਕ ਵੱਡੀ ਸਮੱਸਿਆ ਸੀ, ਇਸ ਲਈ ਬਾਅਦ ਵਿੱਚ ਸਾਲ 1835 ਵਿੱਚ ਭਾਰਤੀ ਸਿੱਕਾ ਐਕਟ ਪਾਸ ਕੀਤਾ ਗਿਆ ਸੀ। ਇਸ ਐਕਟ ਤੇ ਲਾਗੂ ਹੋਣ ਤੋਂ ਬਾਅਦ ਇਸੇ ਤਰ੍ਹਾਂ ਦੇ ਸਿੱਕੇ ਜਾਰੀ ਹੋਣੇ ਸ਼ੁਰੂ ਹੋ ਗਏ। ਇਹਨਾਂ ਸਿੱਕਿਆਂ ਦੇ ਇੱਕ ਪਾਸੇ ਬ੍ਰਿਟਿਸ਼ ਰਾਜਾ ਵਿਲੀਅਮ ਚੌਥੇ ਦਾ ਸਿਰ ਛਪਿਆ ਹੋਇਆ ਸੀ ਅਤੇ ਦੂਜੇ ਪਾਸੇ ਅੰਗਰੇਜ਼ੀ ਅਤੇ ਫਾਰਸੀ ਵਿੱਚ ਸਿੱਕੇ ਦੀ ਕੀਮਤ ਛਾਪੀ ਗਈ ਸੀ। ਇਸ ਦੇ ਨਾਲ ਹੀ 1857 ਦੇ ਵਿਦਰੋਹ ਤੋਂ ਬਾਅਦ ਭਾਰਤ ਦਾ ਰਾਜ ਸਿੱਧਾ ਬ੍ਰਿਟਿਸ਼ ਰਾਜ ਕੋਲ ਚਲਾ ਗਿਆ। ਇਸ ਤੋਂ ਬਾਅਦ ਸਿੱਕਿਆਂ ਤੇ ਬ੍ਰਿਟਿਸ਼ ਬਾਦਸ਼ਾਹ ਦੀ ਤਸਵੀਰ ਛਾਪੀ ਜਾਣ ਲੱਗੀ। 19 ਅਗਸਤ ਨੂੰ ਬਲੀਆ ਬਲੀਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਕ੍ਰਾਂਤੀਕਾਰੀਆਂ ਦੇ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ 19 ਅਗਸਤ 1942 ਨੂੰ ਬ੍ਰਿਟਿਸ਼ ਸ਼ਾਸਨ ਖਿਲਾਫ ਲੜਦਿਆਂ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਕਿਹਾ ਜਾਂਦਾ ਹੈ ਕਿ 9 ਅਗਸਤ ਨੂੰ ਮੁੰਬਈ ਸੈਸ਼ਨ ਦੌਰਾਨ ਗਾਂਧੀ ਵੱਲੋਂ ਭਾਰਤ ਛੱਡੋ ਅੰਦੋਲਨ ਸ਼ੁਰੂ ਕਰਨ ਜਾਂ ਕਰੋ ਜਾਂ ਮਰੋ ਦੇ ਨਾਅਰੇ ਦਿੱਤੇ ਜਾਣ ਤੋਂ ਬਾਅਦ ਪੂਰੇ ਦੇਸ਼ ਵਿੱਚ ਬ੍ਰਿਟਿਸ਼ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਹੋ ਗਿਆ ਸੀ। ਪਰ ਬਲੀਆ ਵਿੱਚ ਇਸ ਦਾ ਕਾਫੀ ਅਸਰ ਪਿਆ। ਬਲੀਆ 'ਚ ਲੋਕਾਂ ਨੇ ਇੱਕ ਤੋਂ ਬਾਅਦ ਇੱਕ ਥਾਣੇ ਅਤੇ ਤਹਿਸੀਲਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਸ਼ੇਰ-ਏ-ਬਲੀਆ ਚਿੱਟੂ ਪਾਂਡੇ ਦੀ ਅਗਵਾਈ ਵਿੱਚ ਜੇਲ੍ਹ ਵਿੱਚ ਬੰਦ ਯੋਧਿਆਂ ਨੇ ਜੇਲ੍ਹ ਦਾ ਗੇਟ ਤੋੜ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਅਤੇ ਆਪਣੇ ਆਪ ਨੂੰ ਕਲੈਕਟਰ ਦਾ ਨਾਂ ਦੇ ਦਿੱਤਾ। ਜਿਸ ਤੋਂ ਬਾਅਦ ਆਪਣੀ ਖੁਦ ਦੀ ਸ਼ਾਸਨ ਪ੍ਰਣਾਲੀ ਲਾਗੂ ਕਰਕੇ ਇਸ ਨੂੰ ਆਜ਼ਾਦ ਬਲੀਆ ਗਣਰਾਜ ਦਾ ਨਾਂ ਦਿੱਤਾ ਗਿਆ ਅਤੇ ਹੈੱਡਕੁਆਰਟਰ ਹਨੂਮਾਨਗੰਜ ਕੋਠੀ ਵਿੱਚ ਖੋਲ੍ਹਿਆ ਗਿਆ। ਚਿੱਟੂ ਪਾਂਡੇ ਨੇ 22 ਅਗਸਤ 1942 ਤੱਕ ਇੱਥੇ ਸਰਕਾਰ ਵੀ ਚਲਾਈ। ਬਲੀਆ ਦੀ ਆਜ਼ਾਦੀ ਦੀ ਗੂੰਜ ਲੰਡਨ ਤੱਕ ਗੂੰਜ ਰਹੀ। ਇਸ ਲੜਾਈ ਵਿੱਚ 84 ਕ੍ਰਾਂਤੀਕਾਰੀ ਸ਼ਹੀਦ ਹੋਏ ਸਨ। ਇਸ ਆਜ਼ਾਦੀ ਦੀ ਲੜਾਈ ਤੋਂ ਬਾਅਦ ਪੂਰੇ ਦੇਸ਼ ਨੂੰ ਤਾਕਤ ਮਿਲੀ, ਪਰ 23 ਅਗਸਤ ਦੀ ਰਾਤ ਨੂੰ ਅੰਗਰੇਜ਼ਾਂ ਨੇ ਇਸ ਤੇ ਦੁਬਾਰਾ ਕਬਜ਼ਾ ਕਰ ਲਿਆ ਸੀ। ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ 19 ਅਗਸਤ 1907 ਨੂੰ ਹੋਇਆ ਸੀ, ਜੋ ਕਿ ਇੱਕ ਹਿੰਦੀ ਨਿਬੰਧਕਾਰ, ਆਲੋਚਕ ਅਤੇ ਨਾਵਲਕਾਰ ਸਨ। ਹਜ਼ਾਰੀ ਪ੍ਰਸਾਦ ਦਿਵੇਦੀ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਹਨਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉੱਥੇ ਉਹਨਾਂ ਨੇ ਹਿੰਦੀ ਅਤੇ ਸੰਸਕ੍ਰਿਤ ਦਾ ਡੂੰਘਾ ਅਧਿਐਨ ਕੀਤਾ। ਹਜ਼ਾਰੀ ਪ੍ਰਸਾਦ ਦਿਵੇਦੀ ਨੇ ਹਿੰਦੀ ਸਾਹਿਤ ਵਿੱਚ ਕਈ ਮਹੱਤਵਪੂਰਨ ਕੰਮ ਕੀਤੇ। ਉਹ ਕਵਿਤਾ, ਨਿਬੰਧ ਅਤੇ ਆਲੋਚਨਾ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ਤੇ ਸਰਗਰਮ ਸਨ। ਉਹਨਾਂ ਦੀ ਲਿਖਤਾਂ ਭਾਰਤੀ ਸੱਭਿਆਚਾਰ ਅਤੇ ਇਤਿਹਾਸ ਲਈ ਉਹਨਾਂ ਦੀ ਡੂੰਘੀ ਸਮਝ ਅਤੇ ਪਿਆਰ ਨੂੰ ਦਰਸਾਉਂਦੀਆਂ ਹਨ। ਉਹ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ ਅਤੇ ਬੰਗਾਲੀ ਭਾਸ਼ਾਵਾਂ ਦੇ ਵਿਦਵਾਨ ਸਨ। ਉਹਨਾਂ ਨੂੰ ਭਗਤੀ ਸਾਹਿਤ ਦਾ ਚੰਗਾ ਗਿਆਨ ਸੀ। ਸਾਲ 1957 ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨਿਬੰਧ ਸੰਗ੍ਰਹਿ ਆਲੋਕ ਪਰਵ ਲਈ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਲਖਨਊ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ.ਲਿਟ ਦੀ ਉਪਾਧੀ ਦੇ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਸੁੰਦਰ ਸ਼ਾਸਤਰੀ ਸਤਿਮੂਰਤੀ ਦਾ ਜਨਮ 19 ਅਗਸਤ 1887 ਨੂੰ ਹੋਇਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਸੁਤੰਤਰਤਾ ਸੈਨਾਨੀ, ਰਾਜਨੀਤਿਕ ਨੇਤਾ ਅਤੇ ਸਮਾਜ ਸੁਧਾਰਕ ਸਨ। ਸੁੰਦਰ ਸ਼ਾਸਤਰੀ ਸਤਿਮੂਰਤੀ ਦਾ ਜਨਮ ਤਾਮਿਲਨਾਡੂ ਦੇ ਇੱਕ ਉੱਘੇ ਪਰਿਵਾਰ ਵਿੱਚ ਹੋਇਆ ਸੀ। ਸਤਿਮੂਰਤੀ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਭੂਮਿਕਾ ਨਿਭਾਈ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਪ੍ਰਮੁੱਖ ਮੈਂਬਰ ਸਨ ਅਤੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਕਈ ਅੰਦੋਲਨਾਂ 'ਚ ਹਿੱਸਾ ਲਿਆ ਸੀ। ਸਤਿਮੂਰਤੀ ਨੇ ਬੰਗਾਲ ਦੀ ਵੰਡ, ਰੋਲਟ ਐਕਟ, ਜਲਿਆਂਵਾਲਾ ਬਾਗ ਕਤਲੇਆਮ ਅਤੇ ਸਾਈਮਨ ਕਮਿਸ਼ਨ ਦੇ ਖਿਲਾਫ ਪ੍ਰਦਰਸ਼ਨਾਂ 'ਚ ਹਿੱਸਾ ਲਿਆ ਸੀ। ਸਤਿਮੂਰਤੀ ਭਾਰਤੀ ਰਾਜਨੀਤੀ ਵਿੱਚ ਕਈ ਅਹਿਮ ਅਹੁਦਿਆਂ ਤੇ ਰਹੇ। ਉਹਨਾਂ ਨੇ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਅਤੇ ਆਜ਼ਾਦ ਭਾਰਤ ਦੀ ਸੰਵਿਧਾਨ ਬਣਾਉਣ ਵਿੱਚ ਪ੍ਰਕਿਰਿਆ 'ਚ ਯੋਗਦਾਨ ਪਾਇਆ। ਉਹ ਸਮਾਜ ਵਿੱਚ ਸੁਧਾਰ ਅਤੇ ਸਮਾਨਤਾ ਲਈ ਵਚਨਬੱਧ ਸਨ। ਸਤਿਮੂਰਤੀ ਨੂੰ ਕੁਮਾਰਸਵਾਮੀ ਕਾਮਰਾਜ ਦੇ ਸਿਆਸੀ ਗੁਰੂ ਵਜੋਂ ਵੀ ਯਾਦ ਕੀਤਾ ਜਾਂਦਾ ਹੈ, ਜੋ 1954 ਤੋਂ 1963 ਦਰਮਿਆਨ ਰਾਜ ਦੇ ਮੁੱਖ ਮੰਤਰੀ ਸਨ। ਸਾਲ 1987 ਵਿੱਚ ਉਹਨਾਂ ਦੀ ਯਾਦ 'ਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ। ਸੁੰਦਰ ਸ਼ਾਸਤਰੀ ਸਤਿਮੂਰਤੀ ਦਾ ਦੇਹਾਂਤ 28 ਮਾਰਚ 1943 ਨੂੰ ਹੋਇਆ ਸੀ। ਅਫਗਾਨਿਸਤਾਨ ਨੇ 19 ਅਗਸਤ 1919 ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ। ਇਸ ਦਿਨ ਨੂੰ ਅਫਗਾਨਿਸਤਾਨ ਦੇ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਾਲਾਂਕਿ ਅਫਗਾਨਿਸਤਾਨ ਕਦੇ ਵੀ ਬਰਤਾਨਵੀ ਬਸਤੀ ਨਹੀਂ ਸੀ। ਬ੍ਰਿਟਿਸ਼ ਸ਼ਾਸਨ ਨੇ ਇੱਥੇ 3 ਜੰਗਾਂ ਲੜੀਆਂ। ਇਹਨਾਂ ਨੂੰ ਐਂਗਲੋ-ਅਫਗਾਨ ਯੁੱਧ ਵੀ ਕਿਹਾ ਜਾਂਦਾ ਹੈ। ਪਹਿਲੀ ਜੰਗ 1839 ਤੋਂ 1842 ਤੱਕ ਲੜੀ ਗਈ ਸੀ। ਬ੍ਰਿਟੇਨ ਨੂੰ ਡਰ ਸੀ ਕਿ ਰੂਸ ਅਫਗਾਨਿਸਤਾਨ ਤੇ ਕਬਜ਼ਾ ਕਰ ਸਕਦਾ ਹੈ। ਇਸ ਲਈ ਬ੍ਰਿਟੇਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਲਈ ਹਮਲਾ ਕੀਤਾ ਸੀ। ਬ੍ਰਿਟੇਨ ਨੂੰ ਇਸ ਯੁੱਧ ਵਿੱਚ ਸ਼ੁਰੂਆਤੀ ਸਫਲਤਾ ਮਿਲੀ।
ਪਰ ਬਾਅਦ ਵਿੱਚ ਅਫਗਾਨਾਂ ਨੇ ਬਰਤਾਨੀਆ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਫਿਰ 1878 ਵਿੱਚ ਬਰਤਾਨੀਆ ਨੇ ਅਫਗਾਨਿਸਤਾਨ ਤੇ ਫਿਰ ਹਮਲਾ ਕੀਤਾ ਅਤੇ ਇਸ ਵਾਰ ਕਾਬੁਲ ਉੱਤੇ ਬਰਤਾਨੀਆ ਨੇ ਕਬਜ਼ਾ ਕਰ ਲਿਆ। ਉਸ ਸਮੇਂ ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਓਟੋਮਨ ਸਾਮਰਾਜ ਨਾਲ ਲੜ ਰਿਹਾ ਸੀ ਅਤੇ ਅਫਗਾਨਿਸਤਾਨ ਓਟੋਮਨ ਨਾਲ ਖੜਾ ਸੀ। ਇਸ ਲਈ ਅਫਗਾਨਿਸਤਾਨ ਵਿੱਚ ਬਰਤਾਨੀਆ ਦਾ ਵਿਰੋਧ ਹੋਇਆ। 20 ਫਰਵਰੀ 1919 ਨੂੰ ਅਫਗਾਨਿਸਤਾਨ ਦੇ ਸ਼ਾਸਕ ਹਬੀਬੁੱਲਾ ਖਾਨ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੇ ਪੁੱਤਰ ਅਮਾਨ ਉੱਲਾ ਖਾਨ ਬਾਦਸ਼ਾਹ ਬਣਿਆ। ਅਮਾਨ ਉੱਲਾ ਨੇ ਬਰਤਾਨੀਆ ਤੋਂ ਆਜ਼ਾਦੀ ਦਾ ਐਲਾਨ ਕੀਤਾ। ਹਾਲੇ ਵਿਸ਼ਵ ਯੁੱਧ ਤੋਂ ਬਾਅਦ ਬਰਤਾਨੀਆ ਕੋਈ ਹੋਰ ਜੰਗ ਲੜਨ ਲਈ ਤਿਆਰ ਨਹੀਂ ਸੀ। ਅਗਸਤ 1919 ਵਿੱਚ ਰਾਵਲਪਿੰਡੀ ਵਿੱਚ ਇੱਕ ਸੰਧੀ ਤੇ ਹਸਤਾਖਰ ਕੀਤੇ ਗਏ, ਜਿਸ ਵਿੱਚ ਬਰਤਾਨੀਆ ਨੇ ਅਫਗਾਨਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ। 19 ਅਗਸਤ 1960 ਨੂੰ ਸੋਵੀਅਤ ਸੰਘ ਨੇ ਸਪੁਟਨਿਕ 5 ਨਾਂ ਦੇ ਪੁਲਾੜ ਯਾਨ ਰਾਹੀਂ 2 ਕੁੱਤਿਆਂ ਨੂੰ ਪੁਲਾੜ ਵਿੱਚ ਭੇਜਿਆ ਸੀ। ਕੋਲਬੀ ਸਪੁਟਨਿਕ 2, ਜਿਸ ਨੂੰ ਸਪੁਟਨਿਕ 5 ਵੀ ਕਿਹਾ ਜਾਂਦਾ ਹੈ, ਇਸ ਨੂੰ ਲਾਂਚ ਕਰਨ ਦਾ ਮੁੱਖ ਮਕਸਦ ਜੀਵਾਂ ਤੇ ਪੁਲਾੜ ਯਾਤਰਾ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਸੀ। ਇਸ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪੁਲਾੜ ਦੇ ਕਠੋਰ ਵਾਤਾਵਰਣ ਵਿੱਚ ਜੀਵ ਕਿਵੇਂ ਵਿਹਾਰ ਕਰਦੇ ਹਨ। ਸਪੁਟਨਿਕ 5 ਤੇ ਸਵਾਰ 2 ਕੁੱਤੇ ਬੇਲਕਾ ਅਤੇ ਸਟ੍ਰੇਕਲਾ ਨੇ ਪੁਲਾੜ ਵਿੱਚ ਇੱਕ ਦਿਨ ਬਿਤਾਇਆ ਅਤੇ ਫਿਰ ਸੁਰੱਖਿਅਤ ਰੂਪ ਨਾਲ ਧਰਤੀ ਤੇ ਵਾਪਸ ਆ ਗਏ। ਉਹ ਬਾਹਰੀ ਪੁਲਾੜ ਵਿੱਚ ਚੱਕਰ ਲਗਾਉਣ ਵਾਲੇ ਪਹਿਲੇ ਜੀਵ ਸਨ। ਕਿਹਾ ਜਾਂਦਾ ਹੈ ਸਪੇਸਕ੍ਰਾਫਟ ਸਪੁਟਨਿਕ 5 ਵਿੱਚ 2 ਕੁੱਤਿਆਂ ਦੇ ਨਾਲ 42 ਚੂਹੇ ਅਤੇ ਵੱਖ-ਵੱਖ ਕਿਸਮਾਂ ਦੇ ਪੌਦੇ ਭੇਜੇ ਗਏ ਸਨ। ਨਾਲ ਹੀ ਇੱਕ ਟੈਲੀਵਿਜ਼ਨ ਕੈਮਰਾ ਜਿਸ ਤੋਂ ਕੁੱਤਿਆਂ ਦੀਆਂ ਤਸਵੀਰਾਂ ਲਈਆਂ ਗਈਆਂ ਸਨ। ਫਿਰ 25 ਘੰਟਿਆਂ ਬਾਅਦ ਇਸ ਦੇ ਲਾਂਚ ਤੋਂ ਅਗਲੇ ਦਿਨ ਪੁਲਾੜ ਯਾਨ ਯਾਨੀ ਕਿ 20 ਅਗਸਤ ਨੂੰ ਧਰਤੀ ਤੇ ਵਾਪਸ ਆਇਆ। ਇਸ ਦੌਰਾਨ ਇਸ ਕੁੱਤੇ ਨੂੰ ਦੌਰਾ ਪੈ ਗਿਆ ਅਤੇ ਉਸ ਨੂੰ ਉਲਟੀ ਆ ਗਈ। ਦੋਵੇਂ ਕੁੱਤਿਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਟੈਕਸੀਡਰਮੀ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਅਤੇ ਮਾਸਕੋ ਸਪੇਸ ਅਤੇ ਐਰੋਨੌਟਿਕਲ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। 19 ਅਗਸਤ ਨੂੰ ਹਰ ਸਾਲ ਵਿਸ਼ਵ ਫੋਟੋਗ੍ਰਾਫੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਫੋਟੋਗ੍ਰਾਫੀ ਦਿਵਸ ਉਹਨਾਂ ਸਾਰੇ ਫੋਟੋਗ੍ਰਾਫਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਦੁਨੀਆ ਦੀ ਖੂਬਸੂਰਤੀ ਨੂੰ ਕੈਮਰੇ ਤੇ ਕੈਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਫਰਾਂਸ ਤੋਂ ਕੀਤੀ ਗਈ ਸੀ। ਦਰਅਸਲ 9 ਜਨਵਰੀ 1839 ਨੂੰ ਦੁਨੀਆ ਦੀ ਪਹਿਲੀ ਫੋਟੋਗ੍ਰਾਫੀ ਪ੍ਰਕਿਰਿਆ ਦੀ ਕਾਢ ਕੱਢੀ ਗਈ ਸੀ। ਇਸ ਪ੍ਰਕਿਰਿਆ ਦਾ ਨਾਮ ਡੋਗੋਰੋਟਾਈਪ ਸੀ, ਜਿਸ ਦੀ ਖੋਜ 2 ਵਿਗਿਆਨੀ ਜੋਸਫ ਨਾਈਸਫੋਰ ਅਤੇ ਲੂਇਸ ਡੌਗਰ ਨੇ ਕੀਤੀ ਸੀ। ਡੋਗੋਰੋਟਾਈਪ ਤਕਨੀਕ ਫੋਟੋਗ੍ਰਾਫੀ ਦੀ ਪਹਿਲੀ ਪ੍ਰਕਿਰਿਆ ਸੀ। ਇਸ ਤਕਨੀਕ ਦੇ ਕਾਢ ਦਾ ਐਲਾਨ 19 ਅਗਸਤ 1839 ਨੂੰ ਫਰਾਂਸ ਸਰਕਾਰ ਨੇ ਕੀਤੀ ਸੀ। ਇਸ ਦੀ ਯਾਦ ਵਿੱਚ ਹਰ ਸਾਲ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਫੋਟੋਗ੍ਰਾਫੀ ਦੀ ਕਲਾ ਅਤੇ ਵਿਗਿਆਨ ਦੇ ਮਹੱਤਵ ਨੂੰ ਮਾਨਤਾ ਦੇਣ ਲਈ ਸਮਰਪਿਤ ਹੈ। ਇਹ ਦਿਨ ਫੋਟੋਗ੍ਰਾਫੀ ਦੇ ਇਤਿਹਾਸ ਨੂੰ ਯਾਦ ਕਰਨ, ਇਸ ਦੇ ਵਿਕਾਸ ਦੀ ਕਦਰ ਕਰਨ ਅਤੇ ਸਮਾਜ ਵਿੱਚ ਫੋਟੋਗ੍ਰਾਫੀ ਦੀ ਮਹੱਤਵ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।